ਬਹੁਤ ਗੱਲਾਂ ਇਸ ਅੰਦੋਲਨ ਦੇ ਨਾਲ ਜੁੜੀਆਂ ਨੇ। ਬਹੁਤ ਸਾਰੇ ਇਲਜ਼ਾਮ ਆਤੰਕਵਾਦੀ, ਖਾਲਿਸਤਾਨੀ, ਬਹੁਤ ਸਾਰੇ ਇਲਜ਼ਾਮ, ਬਹੁਤ ਸਾਰੇ ਸਲੋਗਨ ਜਿਹੜੇ ਨੇ ਦਿੱਤੇ ਗਏ ਨੇ। ਉਹ ਸਭ ਦੇ ਵਿਚਾਲੇ ਕਿਸਾਨ ਜਥੇਬੰਦੀਆਂ ਨੇ ਆਪਣੀ ਜਿਹੜੀ ਰਣਨੀਤੀ ਆ ਉਹ ਉਲੀਕਦੇ ਰਹੇ ਨੇ। ਲਗਾਤਾਰ ਇਹਨਾਂ ਇਲਜ਼ਾਮਾਂ ਨੂੰ ਝੂਠ ਵੀ ਸਾਬਿਤ ਕਰਦੇ ਰਹੇ ਨੇ। ਕੀ ਲੱਗਦਾ ਹੈ ਕਿ ਜਥੇਬੰਦੀਆਂ ਜਿਸ ਤਰੀਕੇ ਨਾਲ 7 ਮਹੀਨੇ ਤੱਕ ਜਿਹੜੀ ਲੜਾਈ ਲੈ ਕੇ ਪਹੁੰਚ ਗਈਆਂ ਨੇ, ਅੱਗੇ ਕੀ ਲੱਗਦਾ ਹੈ ਕਿ ਅੱਗੇ ਵੀ ਕਾਮਯਾਬ ਹੋਵਾਂਗੇ ਮਕਸਦ ਸਰ ਕਰਨ ਦੇ ਵਿੱਚ? ਸਰਕਾਰਾਂ ਦਾ ਨਾ ਮਕਸਦ ਹੁੰਦਾ ਵਾ ਨੈਰੇਟਿਵ ਫੈਲਾਉਣੇ, ਕੋਈ ਅਫਵਾਹਾਂ ਫੈਲਾਉਣੀਆਂ। ਸਰਕਾਰਾਂ ਦਾ ਕੰਮ ਹੁੰਦਾ, ਉਹਨਾਂ ਦੀ ਡਿਊਟੀ ਆ ਭੰਡਣਾ ਸਾਨੂੰ। ਉਹਨਾਂ ਨੂੰ ਅੰਦੋਲਨਕਾਰੀ ਕਦੀ ਵੀ ਚੰਗੇ ਨਹੀਂ ਲੱਗਦੇ। ਹਾਲਾਂਕਿ ਜਿਹੜੀਆਂ ਸਰਕਾਰਾਂ ਬਣਦੀਆਂ ਨੇ, ਮੰਤਰੀ ਬਣਦੇ ਨੇ, ਨੇਤਾ ਬਣਦੇ ਨੇ, ਇਹਨਾਂ ਅੰਦੋਲਨਾਂ ਦੇ ਵਿੱਚੋਂ ਹੀ ਜੰਮਦੇ ਨੇ। ਉਹ ਅਗਵਾਈ ਜਦੋਂ ਕਰਦੇ ਆ, ਸਮ੍ਰਿਤੀ ਇਰਾਨੀ ਬਾਰੇ ਤੁਸੀਂ ਸੁਣਿਆ ਹੋਣਾ ਨਾ, 3 ਸਾਲ ਪਹਿਲਾਂ 425 ਰੁਪਏ ਦਾ ਸਿਲੰਡਰ ਸੀ ਤੇ ਉਹ ਸਾਰਾ ਦਿਨ ਨਾ ਮੋਢਿਆਂ ਦੇ ਉੱਪਰ ਹੀ ਸਿਲੰਡਰ ਰੱਖਦੀ ਹੁੰਦੀ ਸੀ ਕਿ ਗੈਸ ਦਾ ਰੇਟ ਬਹੁਤ ਵੱਧ ਗਿਆ, ਸਿਲੰਡਰ ਦਾ ਬਹੁਤ ਵੱਧ ਗਿਆ। ਅੱਜ ਹਾਲਾਤ ਇਹ ਆ ਕਿ 870 ਰੁਪਏ ਸਿਲੰਡਰ ਦਾ ਰੇਟ ਆ। ਅੱਜ ਉਹ 2 ਲੱਖ ਦੀ 2.5 ਲੱਖ ਰੁਪਏ ਦੀ ਸਾੜੀ ਪਾ ਕੇ ਉੱਥੇ ਬੈਠਦੀ। ਹੁਣ ਉਹਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ। ਤੇ ਜਿਹੜੇ ਮੰਤਰੀ ਨੇ ਇਹਨਾਂ ਅੰਦੋਲਨਾਂ ਦੇ ਵਿੱਚੋਂ ਹੀ ਬਣੇ ਨੇ, ਪਰ ਹੁਣ ਇਹ ਨਹੀਂ ਚਾਹੁੰਦੇ ਕਿ ਕਿਸਾਨਾਂ ਦੇ ਅੰਦੋਲਨ ਦੇ ਵਿੱਚੋਂ ਕੋਈ ਨਵੀਂ ਧਿਰ ਕੋਈ ਤਿਆਰ ਹੋਵੇ ਤੇ ਸਾਨੂੰ ਸਵਾਲ ਪੁੱਛੇ। ਸਰੋਂ ਦਾ ਤੇਲ ਆ ਜਿਹੜਾ ਅੱਜ ਤੋਂ ਕੋਈ ਸਵਾ ਕੁ ਸਾਲ ਪਹਿਲਾਂ 70 ਰੁਪਏ ਕਿਲੋ ਆਉਂਦਾ ਵਾ, ਖਾਣ ਵਾਲਾ ਸਾਨੂੰ ਮਿਲਦਾ ਵਾ। ਅੱਜ ਉਹ ਅਡਾਨੀ ਦੀ ਬੋਤਲ ਦੇ ਵਿੱਚ ਪੈ ਕੇ 226 ਰੁਪਈਆਂ ਦਾ ਕਿਲੋ ਹੋ ਗਿਆ। ਕੋਈ ਪੁੱਛਣ ਵਾਲਾ ਕੋਈ ਨਹੀਂ ਆ। ਤੇ ਸਰਕਾਰਾਂ ਆਰਥਿਕ ਪੱਖੋਂ, ਮਾਨਸਿਕ ਪੱਖੋਂ ਕਿਸਾਨੀ ਨੂੰ, ਉਹਨਾਂ ਦੀ ਖੇਤੀ ਵਾਲਾ ਜਿਹੜਾ ਸਿਸਟਮ ਆ ਉਹ ਹੱਥੋਂ ਖੋਹ ਕੇ ਉਹਨਾਂ ਨੂੰ ਮਾਨਸਿਕ ਪੱਖੋਂ ਹਰ ਇੱਕ ਸਾਈਡ ਦੇ ਉੱਤੋਂ ਕਮਜ਼ੋਰ ਕਰਨਾ ਚਾਹੁੰਦੀਆਂ, ਤਾਂ ਜੋ ਇਹ ਬੋਲਣ ਜੋਗੇ ਨਾ ਰਹਿਣ, ਇਹ ਗਰੀਬ ਹੋ ਜਾਣ, ਮਾਨਸਿਕ ਤੌਰ ਤੇ ਵੀ ਪਰੇਸ਼ਾਨ ਹੋ ਜਾਣ ਤੇ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਇਹਨਾਂ ਦੇ ਉੱਤੇ ਰਾਜ ਕਰਨਾ ਜਿਹੜਾ ਬਹੁਤ ਸੌਖਾ ਹੋ ਜਾਏ। ਸਿੰਘੂ ਬਾਰਡਰ ਦੇ ਉੱਤੇ ਬਹੁਤ ਵੱਡਾ ਜਿਹੜਾ ਇਕੱਠ ਕਿਸਾਨੀ ਸੰਘਰਸ਼ ਨੂੰ ਲੈ ਕੇ ਮੌਜੂਦ ਹੈ ਔਰ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸਿੰਘੂ ਬਾਰਡਰ ਤੋਂ ਕਿ ਜੋ ਸਥਾਨਕ ਵਾਸੀ ਨੇ ਉਹ ਸਿੰਘੂ ਬਾਰਡਰ ਖਾਲੀ ਕਰਵਾਉਣਾ ਚਾਹੁੰਦੇ ਨੇ, ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ। ਕਿੰਨੀ ਕੁ ਸੱਚਾਈ ਹੈ ਇਸ ਖਬਰ 'ਚ? ਇਹ ਬਿਲਕੁਲ ਸਰਾਸਰ ਝੂਠ ਆ। ਉਹ ਵੀ ਕਿਸਾਨ ਨੇ, ਉਹ ਤਾਂ ਸਾਨੂੰ ਕੋਆਪਰੇਟ ਕਰਦੇ ਨੇ। ਵੇਖਣ ਨੂੰ ਮੀਡੀਆ ਤੁਸੀਂ ਵੀ ਜਾਂਦੇ ਹੋ ਉੱਥੇ, ਉਹਨਾਂ ਨੂੰ ਤੇ ਰੋਟੀ ਪਾਣੀ ਬਣਾਉਣ ਦੀ ਨੌਬਤ ਨਹੀਂ ਆ। ਉੱਥੋਂ ਸਾਰਾ ਕੁਝ ਪੱਕਿਆ ਪਕਾਇਆ ਮਿਲ ਰਿਹਾ। ਉਹਨਾਂ ਦੇ ਬੱਚੇ ਖੁਸ਼ ਨੇ। ਉੱਥੇ ਜਿਹੜੀਆਂ ਸਾਡੀਆਂ ਸੱਥਾਂ ਚੱਲਦੀਆਂ ਨੇ, ਉੱਥੇ ਸਾਡੀਆਂ ਭੈਣਾਂ, ਸਾਡੇ ਭਰਾ ਉਹਨਾਂ ਨੂੰ ਫ੍ਰੀ ਦੇ ਵਿੱਚ ਪੜ੍ਹਾਉਂਦੇ ਨੇ। ਸਾਡੇ ਕਿਸਾਨਾਂ ਨੇ ਤੇ ਕਿਸੇ ਨੇ ਉਹਨਾਂ ਨੂੰ ਤੰਗ ਹੀ ਨਹੀਂ ਕੀਤਾ। ਉਹ ਸਹੀ ਮਾਇਨਿਆਂ ਦੇ ਵਿੱਚ ਉਹ ਖੁਸ਼ ਆ, ਪਰ ਸਰਕਾਰਾਂ ਨਹੀਂ ਚਾਹੁੰਦੀਆਂ। ਉਹਨਾਂ ਦੇ ਮੋਢੇ ਦੇ ਉੱਤੇ ਰੱਖ ਕੇ ਚਲਾਉਣ ਵਾਲੀ ਗੱਲ ਹੁੰਦੀ ਆ ਕਿ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਅਨਸਰ ਭੇਜ ਕੇ ਸਰਕਾਰ ਜਿਹੜੀ ਇੱਦਾਂ ਦੀ ਝੂਠੀ ਬਿਆਨਬਾਜ਼ੀ ਕਰਵਾਉਂਦੀ ਆ। ਤੇ ਇਹ ਚੀਜ਼ਾਂ ਸਾਬਤ ਵੀ ਹੋ ਚੁੱਕੀਆਂ ਨੇ ਕਾਫੀ ਵਾਰ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ। ਅਸੀਂ ਸੰਘਰਸ਼ ਦੀਆਂ ਕਹਾਣੀਆਂ ਬਹੁਤ ਸਾਰੀਆਂ ਪੜ੍ਹੀਆਂ ਨੇ, ਬਹੁਤ ਸਾਰੀ ਫਿਲਮਾਂ ਦੇ ਵਿੱਚ ਸੰਘਰਸ਼ ਦੀਆਂ ਜਿਹੜੀਆਂ ਬਾਤਾਂ ਨੇ ਉਹ ਵੇਖੀਆਂ ਨੇ, ਪਰ ਇੰਨੀ ਦਿਨੀ ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਉਹਨਾਂ ਨੂੰ ਅੱਖੀਂ ਵੇਖਣ ਦਾ ਜਿਹੜਾ ਸੁਭਾਗ ਹੈ ਉਹ ਸਾਨੂੰ ਪ੍ਰਾਪਤ ਹੋਇਆ। ਬਹੁਤ ਲੰਬੇ ਸਮੇਂ ਤੋਂ ਜਿਹੜੀ ਕਿਸਾਨੀ ਅੰਦੋਲਨ ਦੀ ਕਵਰੇਜ ਹੈ ਉਹ ਵੀ ਕੀਤੀ ਜਾ ਰਹੀ ਹੈ ਔਰ ਵੱਖ-ਵੱਖ ਉਤਾਰ ਚੜ੍ਹਾਵਾਂ ਦੇ ਵਿੱਚੋਂ ਜਿਹੜਾ ਕਿਸਾਨੀ ਸੰਘਰਸ਼ ਹੈ ਉਹ ਲੰਘਿਆ ਹੈ ਔਰ ਹੁਣ 7 ਮਹੀਨੇ ਬਾਅਦ ਵੀ ਦਿੱਲੀ ਦੀਆਂ ਸਰਹੱਦਾਂ ਤੇ ਜਿਹੜਾ ਕਿਸਾਨੀ ਅੰਦੋਲਨ ਹੈ ਉਹ ਬਰਕਰਾਰ ਹੈ ਔਰ ਲਗਾਤਾਰ ਜਿਹੜੀ ਨਵੀਂ ਰਣਨੀਤੀ ਹੈ ਅੱਗੇ ਤੋਂ ਅੱਗੇ ਉਲੀਕੀ ਜਾ ਰਹੀ ਹੈ। ਹਾਲਾਂਕਿ ਸੰਘਰਸ਼ ਨੂੰ ਬਹੁਤ ਵਾਰ ਢਾਹ ਲੱਗਣ ਦੀ ਜਿਹੜੀ ਕੋਸ਼ਿਸ਼ ਹੈ ਉਹ ਹੋਈ ਹੈ, ਪਰ ਕਿਸਾਨ ਆਗੂਆਂ ਦੀ ਸੂਝ-ਬੂਝ ਨੇ ਇਸ ਨੂੰ ਦੁਬਾਰਾ ਫਿਰ ਪੈਰਾਂ ਸਿਰ ਕੀਤਾ ਔਰ ਲਗਾਤਾਰ ਨਵੀਂ ਜਿਹੜੀ ਰਣਨੀਤੀ ਹੈ ਉਲੀਕੀ ਜਾ ਰਹੀ ਹੈ। ਸਾਡੇ ਨਾਲ ਇਸ ਵੇਲੇ ਗੋਲਡੀ ਮਾਨੇਪੁਰੀਆ ਮੌਜੂਦ ਨੇ ਜੋ ਲੰਬੇ ਸਮੇਂ ਤੋਂ ਸੰਘਰਸ਼ ਦਾ ਹਿੱਸਾ ਬਣੇ ਹੋਏ ਨੇ ਔਰ ਇੱਕ ਨਵੀਂ ਜਥੇਬੰਦੀ ਨੌਜਵਾਨ ਨਾਲ ਸੰਬੰਧਿਤ ਜਿਹੜੀ ਆ ਉਸਦਾ ਵੀ ਜਿਹੜਾ ਆਗਾਜ਼ ਹੈ ਉਹ ਕੀਤਾ ਗਿਆ। ਇਹਨਾਂ ਦੇ ਨਾਲ ਕਿਸਾਨੀ ਸੰਘਰਸ਼ ਨੂੰ ਲੈ ਕੇ ਜਥੇਬੰਦੀਆਂ ਦੇ ਰੋਲ ਨੂੰ ਦੀ ਪੂਰੀ ਗੱਲਬਾਤ ਕਰਾਂਗੇ। ਗੋਲਡੀ ਬਹੁਤ ਬਹੁਤ ਸਵਾਗਤ। ਧੰਨਵਾਦ ਜੀ। ਕਿਸਾਨੀ ਸੰਘਰਸ਼ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹੋ, ਲਗਾਤਾਰ ਕਿਸਾਨ ਏਕਤਾ ਮੋਰਚਾ ਦੇ ਪੇਜ ਦੇ ਉੱਤੋਂ ਸੰਦੇਸ਼ ਵੀ ਜਿਹੜੇ ਆ ਤੁਸੀਂ ਸ਼ੇਅਰ ਕਰਦੇ ਰਹਿੰਦੇ ਹੋ। ਇੱਕ ਨੌਜਵਾਨ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਜਿਸ ਤਰੀਕੇ ਨਾਲ ਨੌਜਵਾਨ ਜਿਹੜੇ ਇਸ ਅੰਦੋਲਨ ਦੇ ਵਿੱਚ ਹੁੱਬ ਕੇ ਲੱਗੇ ਹੋਏ ਨੇ, ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਕੀ ਲੱਗਦਾ ਹੈ ਕਿ ਲੋਕਾਂ ਦਾ ਜਿਹੜਾ ਨਜ਼ਰੀਆ ਉਹ ਨੌਜਵਾਨਾਂ ਪ੍ਰਤੀ ਹੁਣ ਬਦਲਿਆ ਹੋਏਗਾ? ਹਾਂਜੀ, ਕਾਫੀ ਕੁਝ ਬਦਲ ਗਿਆ। ਇਸ ਜਿਹੜੇ ਅੰਦੋਲਨ ਨੇ ਸਾਨੂੰ ਨਾ ਬੜਾ ਕੁਝ ਦਿੱਤਾ ਵੀ, ਬਹੁਤ ਕੁਝ। ਆਪਾਂ ਇਸ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦੇ। ਨੌਜਵਾਨ ਪੀੜ੍ਹੀ ਜਿਹੜੀ ਇਹ ਜਾਗ ਚੁੱਕੀ ਆ। ਪਹਿਲਾਂ ਆਪਾਂ ਆਹ ਚੀਜ਼ਾਂ ਨਹੀਂ ਸੀ ਵੇਖਦੇ, ਸਾਨੂੰ ਆਪਣੇ ਹੱਕਾਂ ਦਾ ਪਤਾ ਹੀ ਨਹੀਂ ਸੀ ਕੁਝ ਵੀ। ਪਰ ਜਦੋਂ ਦਾ ਇਹ ਅੰਦੋਲਨ ਚੱਲਿਆ ਵਾ, ਸਾਡੇ ਨੌਜਵਾਨ ਜਿਹੜੇ ਆ ਪੰਜਾਬ ਦੇ ਪ੍ਰਤੀ ਸੁਹਿਰਦ ਹੋਏ ਆ ਤੇ ਬਹੁਤ ਕੁਝ ਚੇਂਜਸ ਆਈਆਂ ਨੇ। ਬਾਕੀ ਅੰਦੋਲਨ ਆਪਣਾ ਜਿੱਤਣਾ ਵਾ, ਇਹ ਤੇ ਪੱਥਰ ਤੇ ਲਕੀਰ ਆ। ਜਿੱਤਣਾ ਜ਼ਰੂਰੀ ਵੀ ਆ। ਸਾਨੂੰ ਸਾਰੀ ਦੁਨੀਆ ਵਾਚ ਕਰ ਰਹੀ ਆ ਤੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਆ। ਬਹੁਤ ਗੱਲਾਂ ਇਸ ਅੰਦੋਲਨ ਦੇ ਨਾਲ ਜੁੜੀਆਂ ਨੇ। ਬਹੁਤ ਸਾਰੇ ਇਲਜ਼ਾਮ ਆਤੰਕਵਾਦੀ, ਖਾਲਿਸਤਾਨੀ, ਬਹੁਤ ਸਾਰੇ ਇਲਜ਼ਾਮ, ਬਹੁਤ ਸਾਰੇ ਸਲੋਗਨ ਜਿਹੜੇ ਨੇ ਦਿੱਤੇ ਗਏ ਨੇ। ਉਹ ਸਭ ਦੇ ਵਿਚਾਲੇ ਕਿਸਾਨ ਜਥੇਬੰਦੀਆਂ ਨੇ ਆਪਣੀ ਜਿਹੜੀ ਰਣਨੀਤੀ ਆ ਉਹ ਉਲੀਕਦੇ ਰਹੇ ਨੇ। ਲਗਾਤਾਰ ਇਹਨਾਂ ਇਲਜ਼ਾਮਾਂ ਨੂੰ ਝੂਠ ਵੀ ਸਾਬਿਤ ਕਰਦੇ ਰਹੇ ਨੇ। ਕੀ ਲੱਗਦਾ ਹੈ ਕਿ ਜਥੇਬੰਦੀਆਂ ਜਿਸ
ਤਰੀਕੇ ਨਾਲ 7 ਮਹੀਨੇ ਤੱਕ ਜਿਹੜੀ ਲੜਾਈ ਲੈ ਕੇ ਪਹੁੰਚ ਗਈਆਂ ਨੇ, ਅੱਗੇ ਕੀ ਲੱਗਦਾ ਹੈ ਕਿ ਅੱਗੇ ਵੀ ਕਾਮਯਾਬ ਹੋਵਾਂਗੇ ਮਕਸਦ ਸਰ ਕਰਨ ਦੇ ਵਿੱਚ? ਸਰਕਾਰਾਂ ਦਾ ਨਾ ਇਹ ਮਕਸਦ ਹੁੰਦਾ ਵਾ ਨੈਰੇਟਿਵ ਫੈਲਾਉਣੇ, ਕੋਈ ਅਫਵਾਹਾਂ ਫੈਲਾਉਣੀਆਂ। ਸਰਕਾਰਾਂ ਦਾ ਕੰਮ ਹੁੰਦਾ, ਉਹਨਾਂ ਦੀ ਡਿਊਟੀ ਆ ਭੰਡਣਾ ਸਾਨੂੰ। ਉਹਨਾਂ ਨੂੰ ਅੰਦੋਲਨਕਾਰੀ ਕਦੀ ਵੀ ਚੰਗੇ ਨਹੀਂ ਲੱਗਦੇ। ਹਾਲਾਂਕਿ ਜਿਹੜੀਆਂ ਸਰਕਾਰਾਂ ਬਣਦੀਆਂ ਨੇ, ਮੰਤਰੀ ਬਣਦੇ ਨੇ, ਨੇਤਾ ਬਣਦੇ ਨੇ, ਇਹਨਾਂ ਅੰਦੋਲਨਾਂ ਦੇ ਵਿੱਚੋਂ ਹੀ ਜੰਮਦੇ ਨੇ। ਉਹ ਅਗਵਾਈ ਜਦੋਂ ਕਰਦੇ ਆ, ਸਮ੍ਰਿਤੀ ਇਰਾਨੀ ਬਾਰੇ ਤੁਸੀਂ ਸੁਣਿਆ ਹੋਣਾ ਨਾ, 3 ਸਾਲ ਪਹਿਲਾਂ 425 ਰੁਪਏ ਦਾ ਸਿਲੰਡਰ ਸੀ ਤੇ ਉਹ ਸਾਰਾ ਦਿਨ ਨਾ ਮੋਢਿਆਂ ਦੇ ਉੱਪਰ ਹੀ ਸਿਲੰਡਰ ਰੱਖਦੀ ਹੁੰਦੀ ਸੀ ਕਿ ਗੈਸ ਦਾ ਰੇਟ ਬਹੁਤ ਵੱਧ ਗਿਆ, ਸਿਲੰਡਰ ਦਾ ਬਹੁਤ ਵੱਧ ਗਿਆ। ਅੱਜ ਹਾਲਾਤ ਇਹ ਆ ਕਿ 870 ਰੁਪਏ ਸਿਲੰਡਰ ਦਾ ਰੇਟ ਆ। ਅੱਜ ਉਹ 2 ਲੱਖ ਦੀ 2.5 ਲੱਖ ਰੁਪਏ ਦੀ ਸਾੜੀ ਪਾ ਕੇ ਉੱਥੇ ਬੈਠਦੀ, ਹੁਣ ਉਹਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ। ਤੇ ਜਿਹੜੇ ਮੰਤਰੀ ਨੇ ਇਹਨਾਂ ਅੰਦੋਲਨਾਂ ਦੇ ਵਿੱਚੋਂ ਹੀ ਬਣੇ ਨੇ, ਪਰ ਹੁਣ ਇਹ ਨਹੀਂ ਚਾਹੁੰਦੇ ਕਿ ਕਿਸਾਨਾਂ ਦੇ ਅੰਦੋਲਨ ਦੇ ਵਿੱਚੋਂ ਕੋਈ ਨਵੀਂ ਧਿਰ ਕੋਈ ਤਿਆਰ ਹੋਵੇ ਤੇ ਸਾਨੂੰ ਸਵਾਲ ਪੁੱਛੇ। ਇਹ ਕਦੀ ਵੀ ਨਹੀਂ ਚਾਹਣਗੇ। ਉਹਨਾਂ ਦੀ ਡਿਊਟੀ ਹੈ, ਇੱਕ ਕਿਸਮ ਦੀ ਉਹਨਾਂ ਦੀ ਡਿਊਟੀ ਆ ਕਿ ਕੋਈ ਵੀ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੁੰਦਾ ਵਾ, ਹੱਕ ਲੈਣ ਵਾਸਤੇ ਸੜਕਾਂ ਤੇ ਆਉਂਦਾ ਤਾਂ ਉਹਨੂੰ ਗਲਤ ਸਾਬਤ ਕਰਨਾ, ਉਹਨਾਂ ਨੂੰ ਭੰਡਣਾ। ਤੁਸੀਂ ਮਹਿੰਗਾਈ ਦੀ ਗੱਲ ਕੀਤੀ ਆ ਤੇ ਮੈਂ ਲੱਗਦੇ ਹੱਥ ਤੇਲ ਤੇ ਡੀਜ਼ਲ ਦੀਆਂ ਜਿਹੜੀਆਂ ਪੈਟਰੋਲ ਔਰ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਉਹਨਾਂ ਬਾਰੇ ਵੀ ਗੱਲਬਾਤ ਕਰਨਾ ਚਾਹੂੰਗੀ। ਲੰਘੇ ਦਿਨੀ ਵੀ ਕਿਸਾਨ ਆਗੂਆਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਹੈ ਟਰੈਕਟਰ ਕੀਤਾ ਗਿਆ। 100 ਦਾ ਅੰਕੜਾ ਜਿਹੜਾ ਪੰਜਾਬ ਦੇ ਵਿੱਚ ਪੈਟਰੋਲ ਪਾਰ ਕਰ ਚੁੱਕਿਆ ਹੈ, ਪੰਜਾਬ ਦੀ ਜੇ ਮੈਂ ਗੱਲ ਕਰਾਂ, ਤੇ ਇਸ ਨੂੰ ਲੈ ਕੇ ਹੁਣ ਅਗਲੀ ਰਣਨੀਤੀ ਕਿਸਾਨ ਮੋਰਚੇ ਨੇ ਕੋਈ ਉਲੀਕੀ ਹੈ? ਕਿਉਂਕਿ ਇੰਨੀਆਂ ਜ਼ਿਆਦਾ ਕੀਮਤਾਂ ਜਿਹੜੀਆਂ ਨੇ ਲੋਕਾਂ ਦੇ ਗੱਲੇ ਦੀ ਹੱਡੀ ਬਣ ਗਈਆਂ ਨੇ, ਜੇਬ ਤੇ ਭਾਰੂ ਪੈ ਰਹੀਆਂ ਨੇ। ਕਿਸਾਨਾਂ ਨੇ ਇਹ ਮੁੱਦਾ ਆਲਰੇਡੀ ਚੁੱਕ ਕੇ ਰੱਖਿਆ ਹੀ ਹੋਇਆ ਵਾ। ਅੰਦੋਲਨ ਜਿਹੜੇ ਸਟਾਰਟ ਹੋ ਗਏ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ, ਮਹਿੰਗਾਈ ਨੂੰ ਵੀ ਲੈ ਕੇ, ਕਿ ਇੱਕ ਸੱਚਾਈ ਆ ਕਿ ਜਿਹੜਾ 30-32 ਰੁਪਏ ਦਾ ਸਾਨੂੰ ਡੀਜ਼ਲ ਪੈਟਰੋਲ ਇੰਟਰਨੈਸ਼ਨਲ ਮਾਰਕੀਟ ਦੇ ਵਿੱਚੋਂ ਇੰਡੀਆ ਵਿੱਚ ਵਰਤਣ ਵਾਸਤੇ ਆਉਂਦਾ ਵਾ, ਸਰਕਾਰਾਂ ਨੇ ਉਸ ਦੇ ਉੱਪਰ ਇੰਨਾ ਕੁ ਟੈਕਸ ਲਾ ਦਿੱਤਾ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ। ਇੱਕ ਡੀਜ਼ਲ ਜਿਹੜਾ 30 ਰੁਪਏ ਸਾਨੂੰ ਉੱਥੋਂ ਬਾਹਰੋਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚੋਂ ਮਿਲ ਰਿਹਾ, ਉਹ ਸਾਨੂੰ ਲਗਭਗ 100 ਰੁਪਏ ਦੇ ਆਸ-ਪਾਸ ਹੋ ਗਿਆ। ਪੈਟਰੋਲ ਜਿਹੜਾ 33 ਰੁਪਏ ਦਾ ਮਿਲ ਰਿਹਾ ਵਾ, ਉਹ ਅੱਜ ਦੀ ਡੇਟ ਦੇ ਵਿੱਚ ਰਾਜਸਥਾਨ ਦੇ ਵਿੱਚ 108 ਰੁਪਏ ਸਮਥਿੰਗ ਆ। ਤੇ ਉਹ ਜਦੋਂ ਕਿ ਪੈਸੇ ਵੀ ਸਾਡੇ ਆ, ਤੇ ਇੱਕ ਵੇਖਿਆ ਜਾਵੇ, ਇੱਕ ਓਵਰਆਲ ਵੇਖਿਆ ਜਾਵੇ, ਬੜੀ ਸ਼ਰਮ ਵਾਲੀ ਗੱਲ ਆ ਕਿ ਸਾਡੇ ਤੋਂ ਗਰੀਬ ਕੰਟਰੀ ਜਿਹੜੀ ਸਾਡੇ ਤੋਂ 20-30 ਸਾਲ ਪਿੱਛੇ ਆ, ਨੇਪਾਲ ਵਰਗੀਆਂ ਕੰਟਰੀਆਂ ਜਿੱਥੇ ਕੋਈ ਬੰਦਰਗਾਹ ਨਹੀਂ ਲੱਗਦੀ, ਉਹ ਸਾਡੇ ਕੋਲੋਂ ਡੀਜ਼ਲ ਪੈਟਰੋਲ ਖਰੀਦ ਕੇ ਸਾਡੇ ਨਾਲ 30-40 ਰੁਪਏ ਸਸਤਾ ਵੇਚ ਰਹੇ ਆ। ਤੇ ਸਰਕਾਰਾਂ ਦੀ ਨਾਕਾਮੀ ਆ, ਲੋਕਾਂ ਨੂੰ ਸਾਡੇ ਤੋਂ ਟੈਕਸ ਲੈ ਕੇ ਸਾਨੂੰ ਇੰਨਾ ਆਰਥਿਕ ਪੱਖੋਂ ਕਮਜ਼ੋਰ ਕੀਤਾ ਜਾ ਰਿਹਾ। ਇੱਕ ਸਰੋਂ ਦਾ ਤੇਲ ਆ ਜਿਹੜਾ ਅੱਜ ਤੋਂ ਕੋਈ 1.25 ਸਾਲ ਪਹਿਲੋਂ 70 ਰੁਪਏ ਕਿਲੋ ਆਉਂਦਾ ਵਾ, ਖਾਣ ਵਾਲਾ ਸਾਨੂੰ ਮਿਲਦਾ ਵਾ। ਅੱਜ ਉਹ ਅਡਾਨੀ ਦੀ ਬੋਤਲ ਦੇ ਵਿੱਚ ਪੈ ਕੇ 226 ਰੁਪਈਆਂ ਦਾ ਕਿਲੋ ਹੋ ਗਿਆ। ਕੋਈ ਪੁੱਛਣ ਵਾਲਾ ਹੀ ਕੋਈ ਨਹੀਂ ਆ। ਤੇ ਸਰਕਾਰਾਂ ਆਰਥਿਕ ਪੱਖੋਂ, ਮਾਨਸਿਕ ਪੱਖੋਂ ਕਿਸਾਨੀ ਨੂੰ, ਉਹਨਾਂ ਦੀ ਖੇਤੀ ਵਾਲਾ ਜਿਹੜਾ ਸਿਸਟਮ ਆ ਉਹ ਹੱਥੋਂ ਖੋਹ ਕੇ ਉਹਨਾਂ ਨੂੰ ਮਾਨਸਿਕ ਪੱਖੋਂ ਹਰ ਇੱਕ ਸਾਈਡ ਦੇ ਉੱਤੋਂ ਕਮਜ਼ੋਰ ਕਰਨਾ ਚਾਹੁੰਦੀਆਂ, ਤਾਂ ਜੋ ਇਹ ਬੋਲਣ ਜੋਗੇ ਨਾ ਰਹਿਣ, ਇਹ ਗਰੀਬ ਹੋ ਜਾਣ, ਮਾਨਸਿਕ ਤੌਰ ਤੇ ਵੀ ਪਰੇਸ਼ਾਨ ਹੋ ਜਾਣ, ਤੇ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਇਹਨਾਂ ਦੇ ਉੱਤੇ ਰਾਜ ਕਰਨਾ ਜਿਹੜਾ ਬਹੁਤ ਸੌਖਾ ਹੋ ਜਾਏ। ਗੋਲਡੀ, ਸਿੰਘੂ ਬਾਰਡਰ ਦੇ ਉੱਤੇ ਬਹੁਤ ਵੱਡਾ ਜਿਹੜਾ ਇਕੱਠ ਕਿਸਾਨੀ ਸੰਘਰਸ਼ ਨੂੰ ਲੈ ਕੇ ਮੌਜੂਦ ਹੈ ਔਰ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸਿੰਘੂ ਬਾਰਡਰ ਤੋਂ ਕਿ ਜੋ ਸਥਾਨਕ ਵਾਸੀ ਨੇ ਉਹ ਸਿੰਘੂ ਬਾਰਡਰ ਖਾਲੀ ਕਰਵਾਉਣਾ ਚਾਹੁੰਦੇ ਨੇ, ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ। ਕਿੰਨੀ ਕੁ ਸੱਚਾਈ ਹੈ ਇਸ ਖਬਰ 'ਚ? ਇਹ ਬਿਲਕੁਲ ਸਰਾਸਰ ਝੂਠ ਆ। ਉਹ ਵੀ ਕਿਸਾਨ ਨੇ, ਉਹ ਤਾਂ ਸਾਨੂੰ ਕੋਆਪਰੇਟ ਕਰਦੇ ਨੇ। ਵੇਖਣ ਨੂੰ ਮੀਡੀਆ, ਤੁਸੀਂ ਵੀ ਜਾਂਦੇ ਹੋ ਉੱਥੇ, ਉਹਨਾਂ ਨੂੰ ਤੇ ਰੋਟੀ ਪਾਣੀ ਬਣਾਉਣ ਦੀ ਨੌਬਤ ਨਹੀਂ ਆ। ਉੱਥੋਂ ਸਾਰਾ ਕੁਝ ਪੱਕਿਆ ਪਕਾਇਆ ਮਿਲ ਰਿਹਾ, ਉਹਨਾਂ ਦੇ ਬੱਚੇ ਖੁਸ਼ ਨੇ। ਉੱਥੇ ਜਿਹੜੀਆਂ ਸਾਡੀਆਂ ਸੱਥਾਂ ਚੱਲਦੀਆਂ ਨੇ, ਉੱਥੇ ਸਾਡੀਆਂ ਭੈਣਾਂ, ਸਾਡੇ ਭਰਾ ਉਹਨਾਂ ਨੂੰ ਫ੍ਰੀ ਦੇ ਵਿੱਚ ਪੜ੍ਹਾਉਂਦੇ ਨੇ। ਸਾਡੇ ਕਿਸਾਨਾਂ ਨੇ ਤੇ ਕਿਸੇ ਨੇ ਉਹਨਾਂ ਨੂੰ ਤੰਗ ਹੀ ਨਹੀਂ ਕੀਤਾ। ਉਹ ਸਹੀ ਮਾਇਨਿਆਂ ਦੇ ਵਿੱਚ ਉਹ ਖੁਸ਼ ਆ, ਪਰ ਸਰਕਾਰਾਂ ਨਹੀਂ ਚਾਹੁੰਦੀਆਂ। ਉਹਨਾਂ ਦੇ ਮੋਢੇ ਦੇ ਉੱਤੇ ਰੱਖ ਕੇ ਚਲਾਉਣ ਵਾਲੀ ਗੱਲ ਹੁੰਦੀ ਆ ਕਿ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਅਨਸਰ ਭੇਜ ਕੇ ਸਰਕਾਰ ਜਿਹੜੀ ਇਦਾਂ ਦੀ ਝੂਠੀ ਬਿਆਨਬਾਜ਼ੀ ਕਰਵਾਉਂਦੀ ਆ, ਤੇ ਇਹ ਚੀਜ਼ਾਂ ਸਾਬਤ ਵੀ ਹੋ ਚੁੱਕੀਆਂ ਨੇ ਕਾਫੀ ਵਾਰ। ਗੋਲਡੀ, ਸੰਘਰਸ਼ 26 ਜਨਵਰੀ ਦਾ ਮੈਂ ਜ਼ਿਕਰ ਖਾਸ ਤੌਰ ਤੇ ਕਰਨਾ ਚਾਹੂੰਗੀ ਕਿ 26 ਜਨਵਰੀ ਨੂੰ ਜੋ ਘਟਨਾਕ੍ਰਮ ਵਾਪਰਦਾ ਹੈ, ਉਹ ਅੱਜ ਵੀ ਜਿਹੜੇ ਪਰਚੇ ਨੇ ਕਿਸਾਨ ਆਗੂਆਂ ਤੇ ਦਰਜ ਹੋ ਰਹੇ ਨੇ। ਦੁਬਾਰਾ ਫੇਰ ਉਸ ਮਤਲਬ ਪਰਚਿਆਂ ਨੂੰ ਖੋਲ੍ਹਿਆ ਜਾ ਰਿਹਾ, ਪਰਤਾਂ ਨੂੰ ਖੋਲ੍ਹਿਆ ਜਾ ਰਿਹਾ। ਕਿ ਲੱਗਦਾ ਨਹੀਂ ਹੈ ਕਿ 26 ਜਨਵਰੀ ਦਾ ਘਟਨਾਕ੍ਰਮ ਨੇ ਕਿਸਾਨੀ ਸੰਘਰਸ਼ ਨੂੰ ਕਿਤੇ ਨਾ ਕਿਤੇ ਥੋੜੀ ਬਹੁਤ ਠੇਸ ਜ਼ਰੂਰ ਪਹੁੰਚਾਈ ਹੈ? ਪਹੁੰਚੀ ਹੈ, ਠੇਸ ਪਹੁੰਚੀ ਹੈ, ਇਸ ਚੀਜ਼ ਸਹੀ ਹੈ ਬਿਲਕੁਲ। ਪਰ ਜਿਹੜੇ ਪਰਚੇ ਹੋ ਰਹੇ ਨੇ ਉਹਨਾਂ ਦੇ ਵਿੱਚ ਕੁਝ ਨਹੀਂ ਆ। ਇੱਕ ਡਰਾਉਣ ਵਾਸਤੇ ਇਹ ਚੀਜ਼, ਇੱਕ ਮੁਹਿੰਮ ਵਿੱਢੀ ਗਈ ਆ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਉਹ ਪੰਜਾਬ ਆ ਜਿਹੜਾ ਕਰਤਾਰ ਸਿੰਘ ਸਰਾਭਾ, ਸਰਦਾਰ ਉਦਮ ਸਿੰਘ, ਭਗਤ ਸਿੰਘ ਜੀ ਉਹਨਾਂ ਦੇ ਵਾਰਸ ਨੇ। ਇਹ ਪਰਚਿਆਂ ਤੋਂ ਨਹੀਂ ਡਰਦੇ। ਜਦੋਂ ਗੱਲ ਸੱਚਾਈ ਦੀ ਹੋਵੇ, ਹੱਕਾਂ ਦੀ ਹੋਵੇ, ਫਿਰ ਪਰਚੇ ਪੁਰਚੇ ਤੇ ਚੱਲਦੇ ਰਹਿੰਦੇ ਨੇ। ਕੋਈ ਬਹੁਤਾ ਵੱਡਾ ਮਸਲਾ ਨਹੀਂ ਹੁੰਦਾ। ਇਹ ਪੰਜਾਬ ਦੀ ਨੌਜਵਾਨੀ ਜਿਹੜੀ ਆ ਇਹਨਾਂ ਚੀਜ਼ਾਂ ਤੋਂ ਨਹੀਂ ਡਰਦੀ। ਇਹ ਗਲਤ ਨਹੀਂ ਕਰ ਰਹੇ, ਆਪਣੇ ਹੱਕ ਮੰਗ ਰਹੇ ਆ। ਜਿਹੜਾ ਇਹਨਾਂ ਨੂੰ ਇਹਨਾਂ ਦੇ ਪੁਰਖਿਆਂ ਤੋਂ ਮਿਲਿਆ ਸੀ ਉਹਨੂੰ ਰੱਖਣ ਵਾਸਤੇ ਜਿੱਦ ਤੇ ਅੜੇ ਹੋਏ ਆ। ਕੋਈ ਵਾਧੂ ਸਰਕਾਰ ਤੋਂ ਕੁਝ ਵੀ ਨਹੀਂ ਮੰਗ ਰਹੇ। ਜਿੱਦਾਂ ਨੌਜਵਾਨਾਂ ਨਾਲ ਸੰਬੰਧਿਤ ਜਥੇਬੰਦੀ ਬਣਾਈ ਗਈ ਆ, ਕੀ ਲੱਗਦਾ ਹੈ ਕਿ ਬਜ਼ੁਰਗਾਂ ਦਾ ਜਿਹੜਾ ਤਜਰਬਾ ਹੈ, ਜ਼ਿੰਦਗੀ ਦਾ ਤਜਰਬਾ ਹੈ, ਉਸ ਦੇ ਪਿੱਛੇ ਲੱਗ ਕੇ ਨੌਜਵਾਨ ਚੱਲਣਗੇ ਜਾਂ ਫਿਰ ਬਜ਼ੁਰਗਾਂ ਦੀ ਅਗਵਾਈ ਕਰਨ ਨੂੰ ਨੌਜਵਾਨ ਤਾਂ ਹੀ? ਅਗਵਾਈ ਬਜ਼ੁਰਗਾਂ ਦੀ। ਸਾਡੀ ਜਿਹੜੀ ਜਥੇਬੰਦੀ ਅੱਜ ਖੜੀ ਹੋਈ ਆ ਨੌਜਵਾਨਾਂ ਦੀ, ਆਪਾਂ ਜਿਹੜਾ ਸਾਡਾ ਵਰਕ ਹੋਊਗਾ, ਸਾਡਾ ਨੇਚਰ ਆਫ ਵਰਕ ਇਹ ਹੋਊਗਾ ਕਿ ਆਪਾਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ
ਖੜਨਾ ਵਾ। ਇਹ ਸੱਚਾਈ ਆ ਕਿ ਖੜੋਤ ਕਿਤੇ ਨਾ ਕਿਤੇ ਮੋਰਚੇ ਦੇ ਵਿੱਚ ਹੈਗੀ ਆ। ਕੁਝ ਨੌਜਵਾਨ ਜਿਹੜੇ ਸੀ ਮੋਰਚੇ ਤੋਂ ਨਾਰਾਜ਼ ਨੇ, ਉਹ ਘਰਾਂ ਦੇ ਵਿੱਚ ਬੈਠੇ ਆ ਤੇ ਸਾਡਾ ਕੋਈ ਅਲੱਗ ਤੋਂ ਕੋਈ ਮੋਟਿਵ ਨਹੀਂ ਹੋਊਗਾ, ਉਹਨਾਂ ਦੇ ਨਾਲ ਹੀ ਹੋਊਗਾ। ਪਰ ਆਪਾਂ ਇੱਕ ਲਾਮਬੰਦੀ ਇੱਕ ਹੋਰ ਵੱਖਰੇ ਆਪਣੇ ਹਿਸਾਬ ਦੇ ਨਾਲ, ਜੋ ਸਾਡੇ ਜਥੇਬੰਦੀ ਇੱਕ ਬੰਦੇ ਦੇ ਵਿੱਚ ਮੈਂਬਰ ਨੇ ਉਹਨਾਂ ਦੇ ਹਿਸਾਬ ਨਾਲ ਇੱਕ ਵੱਖਰੀ ਲਾਮਬੰਦੀ ਕਰਾਂਗੇ ਕਿ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਸਾਡੇ, ਉਹਨਾਂ ਦੀ ਸੋਚ ਜਿਹੜੀ ਆਪਣੀ ਆ ਉਹ ਸਹੀ ਨੇ, ਬਿਲਕੁਲ ਉਹ ਵੀ ਸਹੀ ਨੇ। ਆਪਾਂ ਇਸ ਚੀਜ਼ ਤੋਂ ਮੁਨਕਰ ਨਹੀਂ ਹੁੰਦੇ ਕਿ ਉਹਨਾਂ ਨੇ ਵੀ ਜ਼ਿੰਦਗੀ ਹੰਢਾਈ ਆ ਤੇ ਜ਼ਿੰਦਗੀ ਦੇ ਆਖਰੀ ਦਹਾਕਿਆਂ ਦੇ ਵਿੱਚ ਆ। ਪਹਿਲਾਂ ਵੀ ਸਟੇਜ ਤੇ ਵੀ ਗੱਲ ਚੱਲ ਚੁੱਕੀ ਹੈ ਕਿ ਉਹਨਾਂ ਨੇ ਕੋਈ ਜ਼ਿੰਦਗੀ ਦੇ ਬਹੁਤੇ ਸਾਲ ਨਹੀਂ ਜੀਣਾ। ਸਾਡੀ ਜਿਹੜੀ ਆ ਜ਼ਿੰਦਗੀ ਅਜੇ ਬੜੀ ਪਈ ਆ, ਸਾਡੇ ਬੱਚਿਆਂ ਨੇ ਆਉਣੀ ਆ। ਅਸੀਂ ਆਪਣੇ ਦਿਮਾਗ ਨਾਲ ਸਮਝਾਵਾਂਗੇ ਜਿਹੜੇ ਸਾਡੇ ਹਮ ਉਮਰ ਨੇ ਕਿ ਜਿਹੜਾ ਮੋਰਚਾ ਵਾ ਉਹ ਜਿੱਤਣਾ ਵਾ, ਕਿਸੇ ਵੀ ਹਾਲ ਦੇ ਵਿੱਚ ਜਿੱਤਣਾ ਜ਼ਰੂਰੀ ਆ। ਸਾਡੀ ਹੋਂਦ ਦੀ ਲੜਾਈ ਆ। ਅਸੀਂ ਆਪਣੇ ਤਰੀਕੇ ਨਾਲ ਸਮਝਾਵਾਂਗੇ ਆਪਣੇ ਹਮ ਉਮਰ ਦੇ ਲੋਕਾਂ ਨੂੰ ਤੇ ਆਪਾਂ ਜਿਹੜਾ ਜੋ ਜਲਾਲ ਜਿਹੜਾ 26 ਜਨਵਰੀ ਤੋਂ ਪਹਿਲੋਂ ਵਾਲਾ ਸੀ, ਉਹ ਬਿਲਕੁਲ ਉਹ ਮਕਾਮ ਤੇ ਫਿਰ ਮੋਰਚੇ ਨੂੰ ਲੈ ਕੇ ਆਵਾਂਗੇ। ਦੀਪ ਸਿੱਧੂ ਬਾਰੇ ਮੈਂ ਜਾਨਣਾ ਚਾਹਾਂਗੀ ਕਿ ਦੀਪ ਸਿੱਧੂ ਲੰਬੇ ਸਮੇਂ ਤੋਂ ਸੰਘਰਸ਼ ਦਾ ਹਿੱਸਾ ਵੀ ਰਹੇ ਨੇ ਔਰ 26 ਜਨਵਰੀ ਘਟਨਾਕ੍ਰਮ ਤੋਂ ਬਾਅਦ ਦੀਪ ਸਿੱਧੂ ਨੂੰ ਇੱਕ ਵਿਲਨ ਦੇ ਤੌਰ ਤੇ ਵੀ ਪੇਸ਼ ਕੀਤਾ ਗਿਆ। ਜਿਸ ਤਰੀਕੇ ਦੀ ਬਿਆਨਬਾਜ਼ੀ ਦੀਪ ਸਿੱਧੂ ਨੇ ਕੀਤੀ, ਉਸ ਤੇ ਵੀ ਵਿਵਾਦ ਲਗਾਤਾਰ ਖੜਾ ਹੋਇਆ। ਤੁਸੀਂ ਦੀਪ ਸਿੱਧੂ ਦੀ ਕਿਸਾਨੀ ਸੰਘਰਸ਼ ਦੇ ਵਿੱਚ ਹੋਣ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ? ਹਰ ਇੱਕ ਦਾ ਆਪਣਾ ਵਿਜ਼ਨ ਆ। ਕਈਆਂ ਨੂੰ ਸਹੀ ਲੱਗਦਾ ਵਾ ਦੀਪ ਸਿੱਧੂ, ਕਈਆਂ ਨੂੰ ਨਹੀਂ ਲੱਗਦਾ। ਜਿਹੜੇ ਨੇੜਿਓਂ ਜਾਣਦੇ ਉਹਨਾਂ ਨੂੰ ਸੱਚਾਈ ਦਾ ਪਤਾ ਵਾ। ਜੇ ਉਹਨਾਂ ਦੀ ਦੇਣ ਵਾ, ਜੇ ਉਹ ਕੁਝ ਕਰਨਾ ਚਾਹੁੰਦੇ ਨੇ ਕਿਸਾਨੀ ਅੰਦੋਲਨ ਵਾਸਤੇ, ਕੁਝ ਕਰਨਾ ਚਾਹੁੰਦੇ, ਖੁੱਲ੍ਹ ਕੇ ਸਾਹਮਣੇ ਆਉਣ, ਪਿੰਡਾਂ ਦੇ ਵਿੱਚ ਜਾਣ, ਲੋਕਾਂ ਨੂੰ ਜੋੜਨ। ਤੇ ਸਭ ਤੋਂ ਵੱਡੀ ਇਹ ਗੱਲ ਆ ਕਿ ਜਿਹੜੇ ਬਜ਼ੁਰਗ ਉੱਥੇ ਬੈਠੇ ਆ, ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾਉਣੀ ਪੈਣੀ ਆ। ਇਹ ਨਹੀਂ ਕਿ ਮੈਂ ਵੱਖਰਾ ਚੱਲਣਾ, ਮੈਂ ਇੱਧਰ ਨੂੰ ਚੱਲਣਾ, ਮੇਰੇ ਨਾਲ ਜੂਥ ਵਾ, ਨਹੀਂ। ਉਹ ਜਿਹੜਾ ਜੂਥ ਵਾ ਉਹ ਕਿਸਾਨੀ ਮੋਰਚੇ ਦੇ ਨਾਲ ਜੁੜਿਆ ਹੋਇਆ, ਕਿਸੇ ਇੱਕ ਧਿਰ ਦੇ ਨਾਲ ਨਹੀਂ ਜੁੜਿਆ। ਤੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਜਿਹੜੀ ਆ ਜ਼ਰੂਰੀ ਆ। ਫਿਰ ਦੀਪ ਸਿੱਧੂ ਆ, ਅਦਰਵਾਈਜ਼ ਕੋਈ ਦੀਪ ਸਿੱਧੂ ਨਹੀਂ ਆ। ਗੋਲੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਬੇਸਿਕਲੀ ਜਿੰਨੇ ਵੀ ਧਰਨੇ ਚੱਲ ਰਹੇ ਨੇ ਉਹ ਹਰਿਆਣਾ ਦੀ ਸਰਜ਼ਮੀਨ ਤੇ ਚੱਲ ਰਹੇ ਨੇ, ਪਰ ਜਿਹੜੇ ਬਾਰਡਰਸ ਨੇ ਉਹ ਦਿੱਲੀ ਦੇ ਨਾਲ ਲੱਗਦੇ ਨੇ। ਜੇ ਕੁੰਡਲੀ ਦੀ ਗੱਲ ਕਰੀਏ, ਚਾਹੇ ਉਹ ਟਿਕਰੀ ਬਾਰਡਰ ਦੀ ਗੱਲ ਕਰੀਏ, ਉਹ ਸਾਰੇ ਹਰਿਆਣਾ ਦੀ ਜ਼ਮੀਨ ਤੇ ਨੇ। ਔਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਾਰ-ਵਾਰ ਕਿਸਾਨੀ ਅੰਦੋਲਨ ਦੇ ਉੱਪਰ ਸਟੇਟਮੈਂਟਸ ਜਿਹੜੀਆਂ ਨੇ ਉਹ ਦੇ ਰਹੇ ਨੇ। ਲੰਘੇ ਦਿਨੀ ਵੀ ਮੈਂ ਉਹਨਾਂ ਦੀ ਸਟੇਟਮੈਂਟ ਸੁਣ ਰਹੀ ਸੀ। ਉਹਨਾਂ ਨੇ ਕਿਹਾ ਸੀ ਕਿ ਕਿਸਾਨੀ ਅੰਦੋਲਨ ਜਿਹੜਾ ਹੈ ਔਰਤਾਂ ਦੇ ਨਾਲ ਛੇੜਖਾਨੀ ਦਾ ਅੱਡਾ ਬਣਿਆ ਹੋਇਆ। ਹਰ ਰੋਜ਼ ਔਰਤਾਂ ਦੇ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਛੇੜਖਾਨੀ ਦੀ ਘਟਨਾ ਕਿਸਾਨੀ ਅੰਦੋਲਨ ਚੋਂ ਸਾਹਮਣੇ ਆ ਰਹੀ ਹੈ। ਖੱਟਰ ਸਰਕਾਰ ਦਾ ਵਜੂਦ ਬਿਲਕੁਲ ਖਤਮ ਹੋ ਚੁੱਕਿਆ ਹਰਿਆਣੇ ਦੇ ਵਿੱਚ। ਬੱਚੇ ਨੂੰ ਪਤਾ ਕਿ ਖੱਟਰ ਸਰਕਾਰ ਦਾ ਕੋਈ ਵੀ ਮੰਤਰੀ ਜਿਹੜਾ ਸੜਕ ਦੇ ਉੱਪਰ ਨਹੀਂ ਨਿਕਲ ਸਕਦਾ, ਕਿਤੇ ਵਿਆਹ ਸ਼ਾਦੀ ਦੇ ਵਿੱਚ ਪਾਰਟੀ ਦੇ ਉੱਤੇ ਨਹੀਂ ਜਾ ਸਕਦਾ। ਇਹ ਸਬੂਤ ਆ ਉੱਥੋਂ ਦੀ, ਜਿਹੜਾ ਮੀਡੀਆ ਵਾ ਉਹਨਾਂ ਨੂੰ ਪਤਾ ਵਾ ਸਾਰਾ। ਖੱਟਰ ਸਰਕਾਰ ਕਿਤੇ ਨਾ ਕਿਤੇ ਚਿੱਕੜ ਬੱਸ ਸੁੱਟਣਾ ਚਾਹੁੰਦੀ ਆ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ। ਸੱਚਾਈ ਇਹ ਆ ਕਿਸਾਨੀ ਅੰਦੋਲਨ ਦੇ ਵਿੱਚ ਸੁਹਿਰਦ ਲੋਕ ਉੱਥੇ ਖੜੇ ਨੇ। ਇਹ ਤੇ ਉਹ ਲੋਕ ਨੇ, ਪੰਜਾਬੀ ਉਹ ਲੋਕ ਨੇ ਜਿਹੜੇ ਹੋਰਾਂ ਦੀਆਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਬਾਹਰੋਂ ਬਚਾ ਕੇ ਲਿਆਉਂਦੇ ਹੁੰਦੇ ਸੀ, ਇੱਜ਼ਤ ਬਚਾਉਂਦੇ ਹੁੰਦੇ ਸੀ। ਇਹਨਾਂ ਦੀ ਸੋਚ ਇਦਾਂ ਦੀ ਨਹੀਂ ਆ। ਇਹ ਪਹਿਲੇ ਦਿਨ ਤੋਂ ਹੀ ਆਪਾਂ 7 ਮਹੀਨੇ ਤੋਂ ਹੀ ਵੇਖ ਰਹੇ ਹਾਂ, ਇਦਾਂ ਦੀ ਕੋਈ ਘਟਨਾ ਨਹੀਂ ਹੋਈ। ਜੇ ਕਿਤੇ ਹੋਈ ਵੀ ਆ, ਇਹ ਇਹਨਾਂ ਦੇ ਬੀਜੇਪੀ ਦੇ, ਇਹਦੇ ਖੱਟਰ ਸਰਕਾਰ ਦੇ ਜਿਹੜੇ ਬੰਦੇ ਸੀ ਉਹਨਾਂ ਨੇ ਕਰਵਾਈ। ਲੰਘੇ ਦਿਨੀ ਵੀ ਗਾਜ਼ੀਪੁਰ ਬਾਰਡਰ ਤੇ ਬੀਜੇਪੀ ਵਰਕਰਾਂ ਤੇ ਕਿਸਾਨ ਜਿਹੜੇ ਕਿਸਾਨ ਸੰਘਰਸ਼ ਕਰ ਰਹੇ ਨੇ, ਉਹਨਾਂ ਦੇ ਵਿਚਾਲੇ ਟਕਰਾਅ ਦੀ ਸਥਿਤੀ ਬਣੀ ਆ। ਅਜਿਹੀਆਂ ਸਥਿਤੀਆਂ ਪਹਿਲਾਂ ਵੀ ਬਣ ਚੁੱਕੀਆਂ ਨੇ ਲਗਾਤਾਰ। ਔਰ ਇਸ ਤਰੀਕੇ ਦੇ ਨਾਲ ਜਿਹੜਾ ਅਮਨ ਕਾਨੂੰਨ ਹੈ ਉਸ ਦੀ ਵਿਵਸਥਾ ਵਿਗੜਨਾ, ਕਿਸ ਤਰੀਕੇ ਨਾਲ ਵੇਖਦੇ ਹੋ? ਇਹ ਸਾਰੇ ਕੁਝ ਜਿਹੜੀਆਂ ਪਾਲਿਸੀਆਂ ਆਰਐਸਐਸ ਦੀਆਂ ਨੇ, ਬੀਜੇਪੀ ਦੀਆਂ ਨੇ, ਇਹੋ ਕੰਮ ਇਹਨਾਂ ਨੇ ਸਿੰਘੂ ਬਾਰਡਰ ਤੇ ਵੀ 29 ਜਨਵਰੀ ਨੂੰ ਕੀਤਾ ਸੀ। ਇੱਕ ਆਪਣੇ ਪੇਡ ਜਿਹੜੇ ਵਰਕਰ ਭੇਜੇ ਸੀ ਕਿ ਇਹਨਾਂ ਨੂੰ ਉਕਸਾਓ ਕਿ ਕੁਝ ਗਲਤ ਕਰਨ, ਕੋਈ ਡਾਂਗਾ ਮਾਰਨ। ਪਰ ਇਹ ਤਾਂ ਠੰਡੇ ਸੁਭਾਅ ਦੇ ਨੇ ਕਿਸਾਨ। ਇਹਨਾਂ ਨੇ ਤਾਂ ਸ਼ੁਰੂ ਤੋਂ ਇਹੋ ਹੀ ਗੱਲ ਕੀਤੀ ਆ ਕਿ ਆਪਾਂ ਕਿਸੇ ਦੇ ਹੱਥ ਨਹੀਂ ਚੁੱਕਣਾ, ਸ਼ਾਂਤੀ ਦੇ ਨਾਲ, ਆਰਾਮ ਦੇ ਨਾਲ ਹੱਕ ਆਪਾਂ ਮੰਗ ਰਹੇ ਹਾਂ ਤੇ ਇਦਾਂ ਹੀ ਮੰਗਾਂਗੇ। ਇਹ ਸਰਕਾਰ ਦੀਆਂ ਚਾਲਾਂ ਹੁੰਦੀਆਂ ਵਾ ਕਿ ਕਿਸ ਤਰ੍ਹਾਂ ਇਹਨਾਂ ਨੂੰ ਉਗਰ ਕੀਤਾ ਜਾਵੇ, ਇਹਨਾਂ ਕੋਲ ਕੋਈ ਗਲਤੀ ਕਰਵਾਈ ਜਾਵੇ ਤੇ ਪੂਰੀ ਦੁਨੀਆ ਦੇ ਵਿੱਚ ਇਹਨੂੰ ਕਿਸਾਨੀ ਅੰਦੋਲਨ ਨੂੰ ਭੰਡਿਆ ਜਾਵੇ, ਜਾਂ ਜਿਹੜਾ ਵੀ ਕੋਈ ਆਵਾਜ਼ ਚੁੱਕਦਾ ਵਾ ਆਪਣੇ ਹੱਕਾਂ ਪ੍ਰਤੀ ਕਿ ਉਹਨੂੰ ਦਬਾਉਣਾ ਕਿੱਦਾਂ ਵਾ। ਇਦਾਂ ਦੇ ਜਿਹੜੀਆਂ ਚੀਜ਼ਾਂ ਨਾਰਮਲ ਹੁੰਦੀਆਂ ਸਰਕਾਰ ਵਾਸਤੇ, ਉਹ ਕਰਦੀਆਂ ਹੁੰਦੀਆਂ ਨੇ। ਮੀਟਿੰਗ ਦਾ ਅਗਲਾ ਸੱਦਾ ਮਿਲ ਗਿਆ ਹੈ। ਜਿਹੜੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ, ਜਦੋਂ 26 ਜੂਨ ਨੂੰ ਰਾਜਪਾਲ ਭਵਨ ਦਾ ਘਿਰਾਓ ਕੀਤਾ ਗਿਆ, ਮੰਗ ਪੱਤਰ ਦੇਣ ਲਈ ਚੰਡੀਗੜ੍ਹ ਵੱਲ ਕੂਚ ਕੀਤਾ ਗਿਆ। ਦੇਸ਼ ਦੇ ਵੱਖ-ਵੱਖ ਜਿਹੜੇ ਰਾਜਪਾਲ ਨੇ ਉਹਨਾਂ ਨੂੰ ਮੰਗ ਪੱਤਰ ਦੇਣ ਲਈ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਉਲੀਕਿਆ ਸੀ ਪ੍ਰੋਗਰਾਮ, ਉਸੇ ਦਿਨ ਉਹਨਾਂ ਦੀ ਸਟੇਟਮੈਂਟ ਆਉਂਦੀ ਆ ਕਿ ਕਿਸਾਨ ਆਪਣਾ ਅੰਦੋਲਨ ਖਤਮ ਕਰ ਲੈਣ, ਸਰਕਾਰ ਉਹਨਾਂ ਦੇ ਹਰੇਕ ਜਿਹੜੀ ਮੰਗ ਆ ਉਸ 'ਤੇ ਵਿਚਾਰ ਕਰਨ ਨੂੰ ਤਿਆਰ ਆ। ਹਾਲਾਂਕਿ ਪਹਿਲਾਂ ਉਹ ਇਹ ਕਹਿੰਦੇ ਰਹੇ ਨੇ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣੇ, ਪ੍ਰਸਤਾਵ ਲੈ ਕੇ ਆਓ, ਉਸ 'ਤੇ ਚਰਚਾ ਕਰਾਂਗੇ। ਪਰ ਜੋ ਹੁਣ ਉਹਨਾਂ ਦੀ ਲੇਟੈਸਟ ਸਟੇਟਮੈਂਟ ਆਈ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਰੇਕ ਮੰਗ ਦੇ ਉੱਤੇ ਵਿਚਾਰ ਕਰਾਂਗੇ, ਪਰ ਅੰਦੋਲਨ ਖਤਮ ਕਰੋ। ਸਰਕਾਰ ਨੂੰ ਦਿਸ ਰਿਹਾ ਆਪਣੀ ਹਾਰ ਜਿਹੜੀ ਉਹ ਅੰਦੋਲਨ ਦੇ ਵਿੱਚੋਂ ਦਿਸ ਰਹੀ ਆ। ਖਮਿਆਜਾ ਭੁਗਤ ਚੁੱਕੇ ਆ। ਜਿਹੜੀਆਂ ਬੰਗਾਲ ਦੇ ਵਿੱਚ ਇਲੈਕਸ਼ਨ ਹੋਈ ਸੀ, ਬਿਲਕੁਲ ਕੋਈ ਵੀ ਸੀਟ ਉਹਨੂੰ ਬਹੁਤੀਆਂ ਸੀਟਾਂ ਨਹੀਂ ਮਿਲੀਆਂ ਜਿੰਨੀਆਂ ਉਹਨਾਂ ਨੇ ਬੜਕਾਂ ਮਾਰੀਆਂ ਸੀ, ਜਿੰਨੀਆਂ ਉਹਨਾਂ ਨੇ ਤਾਕਤ ਝੋਕਤੀ ਸੀ। ਪੂਰੀ ਦੁਨੀਆ ਦੇ ਵਿੱਚ ਇੱਕ ਉਦਾਹਰਨ ਸੈੱਟ ਹੋ ਗਈ ਹੈ ਕਿ ਇੱਕ ਮੁੱਖ ਮੰਤਰੀ ਨੂੰ ਹਰਾਉਣ ਵਾਸਤੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਪੂਰਾ ਏਡੀ ਪੰਜੇ ਦਾ ਜ਼ੋਰ ਲਾ ਰਿਹਾ ਵਾ, ਗ੍ਰਹਿ ਮੰਤਰੀ ਲਾ ਰਿਹਾ ਵਾ, ਸਾਰੇ ਹੀ ਲਾ ਰਹੇ ਨੇ ਲਗਭਗ ਜਿੰਨੇ ਵੀ ਸੀਨੀਅਰ ਨੇਤਾ ਨੇ। ਪਰ ਉੱਥੋਂ ਉਹਨਾਂ ਨੂੰ ਕਰਾਰਾ ਇੱਕ ਜਵਾਬ ਮਿਲਿਆ ਵਾ
ਤੇ ਉਹ ਚੀਜ਼ਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਵੀ 2022 ਦੇ ਵਿੱਚ ਦਿਸ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣੇ 'ਚ ਵੀ ਦਿਸਣੀ ਆ ਤੇ 2022 ਦੇ ਵਿੱਚ ਯੂਪੀ 'ਚ ਵੀ ਉਹ ਜਿਹੜਾ ਖਮਿਆਜਾ ਉਹਨਾਂ ਨੂੰ ਭੁਗਤਣਾ ਪੈਣਾ। ਇਸ ਕਰਕੇ ਉਹ ਕਿਤੇ ਨਾ ਕਿਤੇ ਟਾਲ ਮਟੋਲ ਹੁਣ ਉਹਨਾਂ ਨੇ ਕਰਨਾ ਸ਼ੁਰੂ ਕਰਨਾ ਵਾ ਕਿ ਕਿਸਾਨ ਮੰਨ ਜਾਣ, ਸਾਰਾ ਕੁਝ ਹੋਣਾ, ਕੈਂਸਲ ਵੀ ਹੋਣੇ ਨੇ, ਇੱਕ ਕਾਨੂੰਨ ਜਿਹੜੇ ਕਾਲੇ ਕਾਨੂੰਨ ਆ ਇਹ ਰੱਦ ਵੀ ਹੋਣੇ ਨੇ। ਉਹਨਾਂ ਨੂੰ ਆਪਣੀ ਹਾਰ ਜਿਹੜੀ ਉਹ ਜ਼ਾਹਰ ਆ, ਉਹਨਾਂ ਨੂੰ ਲੱਭ ਰਿਹਾ ਵਾ ਕਿ ਆਉਣ ਵਾਲਾ ਸਮਾਂ ਜੇ ਆਪਾਂ ਨਾ ਮੰਨੇ ਤੇ ਸਾਡਾ ਵਜੂਦ ਜਿਹੜਾ ਵਾ ਪੂਰੇ ਭਾਰਤ ਦੇ ਵਿੱਚੋਂ ਖਤਮ ਹੋ ਜਾਣਾ ਵਾ। ਤੇ ਉਦਾਹਰਨ ਜਿਹੜੀ ਆ ਬੰਗਾਲ ਦੇ ਲੋਕਾਂ ਨੇ, ਕੇਰਲਾ ਦੇ ਲੋਕਾਂ ਨੇ ਦੇ ਦਿੱਤੀ ਆ। ਗੋਲਡੀ, ਹਰਜੀਤ ਗਰੇਵਾਲ ਪੰਜਾਬ ਭਾਜਪਾ ਦੇ ਆਗੂ ਨੇ, ਉਹਨਾਂ ਦੀ ਮੈਂ ਸਟੇਟਮੈਂਟ ਸੁਣ ਰਹੀ ਸੀ। ਉਹ ਕਹਿ ਰਹੇ ਨੇ ਕਿ ਜਿੰਨੇ ਵੀ ਚੈਨਲਸ ਮੈਨੂੰ ਗਾਲਾਂ ਕੱਢ ਰਹੇ ਨੇ, ਪੰਜਾਬ ਦੇ ਜਿੰਨੇ ਵੀ ਚੈਨਲਸ ਦੇ ਉੱਤੇ ਮੈਨੂੰ ਗਾਲਾਂ ਕਢਵਾਈਆਂ ਜਾ ਰਹੀਆਂ ਨੇ ਕਮੈਂਟਸ ਦੇ ਵਿੱਚ, ਜਾਂ ਕਿਸਾਨਾਂ ਦੇ ਰਾਹੀਂ, ਕਿਸਾਨਾਂ ਨੇ 80 ਲੱਖ ਰੁਪਇਆ ਦਿੱਤਾ ਉਹਨਾਂ ਸਾਰਿਆਂ ਨੂੰ ਮੈਨੂੰ ਗਾਲਾਂ ਕਢਵਾਉਣ ਦੇ ਲਈ। ਮਨ ਘੜਤ ਗੱਲਾਂ ਨੇ। ਆਪਾਂ ਆਪਣੇ ਘਰ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਉਹ ਕੁੱਤਾ ਵੀ ਆਪਣੀ ਗਲੀ ਦੇ ਵਿੱਚ ਸ਼ੇਰ ਹੁੰਦਾ, ਤਾਂ ਹਰਜੀਤ ਗਰੇਵਾਲ ਹੁਣਾਂ ਦਾ ਇਹੋ ਹਿਸਾਬ ਆ। ਆਪਣੇ ਘਰ ਦੇ ਵਿੱਚੋਂ ਬਹਿ ਕੇ ਜੋ ਵੀ ਪੁੱਠਾ ਸਿੱਧੇ ਬਿਆਨ ਦੇਈ ਜਾਂਦੇ ਆ, ਮਤਲਬ ਤੇ ਤਾਂ ਬਣਦਾ ਜੇ ਲੋਕਾਂ ਦੇ ਵਿੱਚ ਵਿਚਰਨ, ਲੋਕਾਂ ਦੇ ਘਰਾਂ 'ਚ ਜਾਣ, ਗਲੀਆਂ ਦੇ ਵਿੱਚ ਜਾਣ, ਆਪਣੇ ਆਪ ਨੂੰ ਕਹਾਉਂਦੇ ਆ ਕਿ ਮੈਂ ਬੀਜੇਪੀ ਦਾ ਮੰਤਰੀ ਆ। ਮਜ਼ਾ ਤੇ ਤਾਂ ਵਾ ਸਰਵਾਈਵ ਕਰਕੇ ਵੇਖਣ ਲੋਕਾਂ ਦੇ ਵਿੱਚ। ਰੋਜ਼ ਇੰਨਾ ਕਿ ਘਰੋਂ ਨਹੀਂ ਨਿਕਲ ਦਿੰਦੇ ਤੇ ਕੋਈ, ਮੈਂ ਉਹਨਾਂ ਨੂੰ ਕੋਈ ਬਹੁਤੀ ਵਧੀਆ ਸ਼ਖਸੀਅਤ ਮੰਨਦਾ ਨਹੀਂ ਕਿ ਸਿਰ ਦੇ ਉੱਤੇ ਪੱਗ ਤਾਂ ਜ਼ਰੂਰ ਬੰਨ੍ਹਦੇ ਆ, ਪਰ ਕਿਰਦਾਰ ਜਿਹੜਾ ਉਹ ਸਰਦਾਰਾਂ ਵਾਲਾ ਬਿਲਕੁਲ ਵੀ ਹੈ ਨਹੀਂ ਆ। ਗੋਲ ਜੀ, ਪੰਜਾਬ ਖੁਸ਼ਹਾਲ ਸੂਬਾ ਰਿਹਾ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕੋਈ ਵੀ ਜਿਹੜੀ ਦੇਸ਼ ਲਈ ਜੰਗ ਛਿੜਦੀ ਸੀ ਜਾਂ ਬਿਪਤਾ ਛਿੜਦੀ ਸੀ ਤਾਂ ਕੋਈ ਵੀ ਜਿਹੜਾ ਧਾੜਵੀ ਆ ਉਹ ਪੰਜਾਬ ਚੋਂ ਲੰਘ ਕੇ ਜਾਂਦਾ ਸੀ ਔਰ ਪੰਜਾਬੀ ਉਸ ਨੂੰ ਅੱਗੇ ਲੰਘਣ ਦੀ ਬਜਾਏ ਵਾਪਸ ਮੋੜ ਦਿੰਦੇ ਸੀ, ਉਸ ਦੇ ਨਾਲ ਆਡਾ ਲਾਉਂਦੇ ਸੀ। ਪਰ ਇਸ ਵੇਲੇ ਪੰਜਾਬ ਦੀ ਜੋ ਸਥਿਤੀ ਬਣੀ ਹੋਈ ਆ, ਕਰਜ਼ਾ, ਖੁਦਕੁਸ਼ੀਆਂ, ਨਸ਼ਾ, ਬੇਰੁਜ਼ਗਾਰੀ, ਕਿੱਥੇ ਕਮੀ ਲੱਗਦੀ ਆ ਕਿ ਆਖਿਰ ਖੁਸ਼ਹਾਲ ਪੰਜਾਬ ਬੇਹਾਲ ਪੰਜਾਬ ਦੇ ਵਿੱਚ ਕਿਵੇਂ ਤਬਦੀਲ ਹੋਇਆ? ਨਹੀਂ, ਇਸ ਤਰ੍ਹਾਂ ਦੀ ਅਜੇ ਕੋਈ ਗੱਲ ਨਹੀਂ ਆ। ਕੋਈ ਜਿਹੜਾ ਇੱਕ ਨੈਰੇਟਿਵ ਪਹਿਲੋਂ ਜੇ ਫੈਲਾਇਆ ਗਿਆ ਸੀ ਕਿ ਪੰਜਾਬ ਜਿਹੜਾ ਨਸ਼ਿਆਂ ਨੇ ਤਬਾਹ ਕਰਤਾ, ਇਸ ਤਰ੍ਹਾਂ ਦਾ ਕੁਝ ਨਹੀਂ ਆ। ਤਾਜ਼ਾ ਮਿਸਾਲ ਆ, ਥੋੜ੍ਹੇ ਦਿਨ ਪਹਿਲੋਂ ਜਿਹੜੀ ਕਾਲ ਸੀ ਸੰਯੁਕਤ ਮੋਰਚੇ ਦੀ, ਜਿਹੜਾ ਰਾਜਪਾਲਾਂ ਦਾ ਘਰਾਓ ਕਰਨਾ ਸੀ, ਲੱਖਾਂ ਦੀ ਤਾਦਾਦ ਦੇ ਵਿੱਚ ਚੰਡੀਗੜ੍ਹ ਲੋਕ ਪਹੁੰਚੇ ਸੀ, ਪੰਚਕੂਲਾ ਪਹੁੰਚੇ ਸੀ, ਸਾਰੇ ਪੰਜਾਬ ਦੇ ਸੀ ਉਹ। ਤੇ ਪੰਜਾਬ ਬਾਕੀ ਧਰਤੀ ਉਹ ਇਸ ਤਰ੍ਹਾਂ ਦੀ ਆ ਜਿਨ੍ਹਾਂ ਨੇ ਸਿਕੰਦਰ ਵਰਗੇ ਲੰਮੇ ਪਾਏ ਹੋਏ ਆ। ਇਹ ਜਿਹੜੀਆਂ ਸਰਕਾਰਾਂ ਵੇ ਇਹ ਤਾਂ ਕੁਝ ਵੀ ਨਹੀਂ ਇਹਨਾਂ ਦੇ ਅੱਗੇ। ਬਾਕੀ ਰਹੀ ਗੱਲ ਜਿਹੜੀ ਖੜੋਤ ਆਈ, ਉਹ ਵੀ ਕਿਤੇ ਨਾ ਕਿਤੇ ਸਾਡੇ ਜਥੇਬੰਦੀ ਆਮ ਵਾਲੇ ਜਿਹੜੇ ਉੱਥੇ ਸਾਡੇ ਆਗੂ ਬੈਠੇ ਹੋਏ ਆ, ਕਿਤੇ ਨਾ ਕਿਤੇ ਹਰ ਇੱਕ ਦੇ ਮਨ ਦੇ ਵਿੱਚ ਪੰਜਾਬ ਨੂੰ ਲੈ ਕੇ ਸੁਹਿਰਦਾ ਵਾ ਕਿ ਜਿਹੜਾ ਕੰਮ ਬੀਜੇਪੀ ਸਰਕਾਰ ਨੇ ਜਾਂ ਗੋਦੀ ਮੀਡੀਆ ਨੇ ਜਿਹੜੀ ਭੂਮਿਕਾ ਨਿਭਾਈ ਸੀ ਨਾ ਸਟਾਰਟਿੰਗ ਦੇ ਉੱਤੇ, ਜਦੋਂ ਕਰੋਨਾ ਸੀ ਤੇ ਇੱਕ ਤਬਲੀਗੀ ਜਮਾਤ ਨੂੰ ਬੜਾ ਭੰਡਿਆ ਗਿਆ ਸੀ, ਤੇ ਉਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨ ਆਗੂਆਂ ਨੇ ਕੋਈ ਬਹੁਤੀ ਮੇਜਰ ਕਾਲ, ਵੱਡੀ ਕਾਲ ਨਹੀਂ ਦਿੱਤੀ ਦਿੱਲੀ ਸਿੰਘੂ ਬਾਰਡਰ ਤੇ ਜਾਂ ਟਿੱਕਰੀ ਬਾਰਡਰ ਤੇ, ਕਿ ਕਿਤੇ ਉਹੀ ਕੰਮ ਦੁਬਾਰਾ ਸਰਕਾਰ ਨੂੰ ਮੌਕਾ ਨਾ ਮਿਲ ਜਾਵੇ ਕਿ ਆਪਾਂ ਫਿਰ ਪੰਜਾਬ ਨੂੰ ਭੰਡੀਏ। ਤੇ ਕਿਤੇ ਨਾ ਕਿਤੇ ਇਹ ਚੀਜ਼ਾਂ ਸੀ। ਹੁਣ ਵਿਹਲੇ ਹੋ ਗਏ ਨੇ ਕਿਸਾਨ, ਝੋਨੇ ਦੀ ਜਿਹੜੀ ਆ ਫਸਲ ਉਹ ਲਗਭਗ ਲੱਗ ਚੁੱਕੀ ਆ। 10 ਕੁ ਦਿਨਾਂ ਤੱਕ ਇੱਕ ਹੜ੍ਹ ਫੇਰ ਆਊਗਾ, ਦੁਬਾਰਾ ਉਹੀ ਵੇਵ ਬਣੂਗੀ। ਜਿਹੜਾ 26 ਜਨਵਰੀ ਵਾਲਾ ਜਿਹੜਾ ਜਾਓ ਜਲਾਲ ਸੀ, ਉਹ ਫਿਰ ਮੋਰਚੇ ਦੇ ਵਿੱਚ ਵਾਪਸ ਆਊਗਾ। ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸਰਕਾਰਾਂ ਦੀ ਕਾਰਗੁਜ਼ਾਰੀ ਸਹੀ ਰਹੀ ਆ? ਅਕਾਲੀ ਦਲ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਸੱਤਾ ਤੇ ਕਾਬਜ਼ ਰਿਹਾ, 5 ਵਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਵੀ 2 ਵਾਰੀ ਮੁੱਖ ਮੰਤਰੀ ਜਿਹੜੇ ਨੇ ਬਣ ਚੁੱਕੇ ਨੇ। ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਸਿਆਸੀ ਧਿਰਾਂ ਨੇ, ਪੰਜਾਬ ਨੇ ਉਹਨਾਂ ਨੂੰ ਪੰਜਾਬ ਦੇ ਜਿਹੜੇ ਹੱਕ ਦਿਵਾਉਣ ਦੇ ਲਈ ਅੱਗੇ ਆਈਆਂ ਨੇ, ਜਾਂ ਪੰਜਾਬ ਦੇ ਨਾਲ ਇਨਸਾਫੀ ਕੀਤੀ ਹੈ ਉਹਨਾਂ ਨੇ? ਬਿਲਕੁਲ ਬੇਇਨਸਾਫੀ ਕੀਤੀ ਹੈ। ਇਹ ਪਾਰਟੀਆਂ ਕਦੀ ਵੀ ਨਹੀਂ ਚਾਹੁੰਦੀਆਂ ਕਿ ਕਿਸਾਨੀ ਘੋਲ ਜਿੱਤਿਆ ਜਾਵੇ। ਕਿਸਾਨੀ ਘੋਲ ਦੀ ਜਿੱਤ ਦੇ ਵਿੱਚ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਕਾਂਗਰਸ ਪਾਰਟੀ ਹੋ ਗਈ ਜਾਂ ਅਕਾਲੀ ਪਾਰਟੀ ਹੋ ਗਈ, ਇਹਨਾਂ ਨੂੰ ਆਪਣੀ ਮੌਤ ਦਿਸਦੀ ਆ ਕਿਸਾਨੀ ਘੋਲ ਦੀ ਜਿੱਤ ਦੇ ਵਿੱਚ। ਕਦੀ ਵੀ ਨਹੀਂ ਚਾਹਣਗੀਆਂ। ਇਹਨਾਂ ਨੂੰ ਪਤਾ ਜੇ ਕਿਸਾਨ ਪਹਿਲੋਂ ਜਿੱਤ ਕੇ 2022 ਤੋਂ ਇਲੈਕਸ਼ਨ ਤੋਂ ਪਹਿਲੋਂ ਜਿੱਤ ਕੇ ਹੋ ਸਕਦਾ ਹੈ ਆਪਣੀ ਪਾਰਟੀ ਅਨਾਉਂਸ ਕਰ ਦੇਣ। ਇਹ ਅੰਦਰੋਂ ਅੰਦਰ ਹੀ ਲੱਤਾਂ ਖਿੱਚਣ ਦੇ ਵਿੱਚ ਵਾ। ਇਹਨਾਂ ਨੇ ਪੰਜਾਬ ਦਾ ਭਲਾ ਨਹੀਂ ਕੀਤਾ, ਵਾਰੋ ਵਾਰੀ ਇਹਨਾਂ ਨੇ ਲੁੱਟ ਕੇ ਖਾਧਾ ਪੰਜਾਬ ਨੂੰ। ਇਹਨਾਂ ਦੇ ਕਾਰੋਬਾਰ ਜਿਹੜੇ ਅਸਮਾਨਾਂ ਦੇ ਉੱਤੇ ਚੜ੍ਹ ਗਏ। ਆਮ ਲੋਕ ਜਿਹੜੇ ਕਿਸਾਨ ਆ, ਕੋਈ ਮਜ਼ਦੂਰ ਵਰਗਾ, ਕਰੋਨਾ ਦੇ ਟਾਈਮ ਦੇ ਉੱਤੇ ਕਿਸੇ ਨੂੰ ਕੋਈ ਰਾਹਤ ਨਹੀਂ, ਸਿਰਫ ਕਾਗਜ਼ਾਂ ਦੇ ਵਿੱਚ ਆਟਾ ਦਾਲ ਜਿਹੜੀਆਂ ਸਕੀਮਾਂ ਨੇ ਬਸ ਉਹ ਚਲਾਈਆਂ ਗਈਆਂ। ਪਰ ਉਹ ਵੀ ਸਹੀ ਮਾਇਨਿਆਂ ਦੇ ਵਿੱਚ ਜਿਹੜੇ ਸਹੀ ਲੋਕ ਉਹਨਾਂ ਉਸ ਚੀਜ਼ ਦੇ ਹੱਕਦਾਰ ਸੀ, ਕੋਈ ਅਪਾਹਜ ਸੀ, ਕੋਈ ਗਰੀਬ ਸੀ, ਉਹਨਾਂ ਤੱਕ ਪਹੁੰਚੀਆਂ ਨਹੀਂ। ਜਿਹੜੇ ਇਹਨਾਂ ਦੇ ਮੇਨ ਜਿਹੜੇ ਸੀ ਇਹਨਾਂ ਦੇ ਬੰਦੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਘੜਮ ਚੌਧਰੀ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ, ਉਹ ਜਿਹੜੀਆਂ ਸਕੀਮਾਂ ਉਹਨਾਂ ਤੱਕ ਹੀ ਸੀਮਤ ਪਹੁੰਚ ਕੇ ਰਹਿ ਗਈਆਂ। ਅੱਗੇ ਲੋਕਾਂ ਤੱਕ ਸਹੀ ਮਤਲਬ ਦੇ ਵਿੱਚ ਪਹੁੰਚੀਆਂ ਹੀ ਨਹੀਂ ਉਹ। ਤੇ ਸਰਕਾਰਾਂ ਬਿਲਕੁਲ ਇਹਨਾਂ ਦਾ ਨੈਗੇਟਿਵ ਰੋਲ ਹੀ ਰਿਹਾ। ਕੋਈ ਖੁੱਲ੍ਹ ਕੇ ਇਹਨਾਂ ਦੀਆਂ ਜਿਹੜੀਆਂ ਰੈਲੀਆਂ ਸਟਾਰਟ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ, ਇਹਨਾਂ ਦੀਆਂ ਰੈਲੀਆਂ ਦੇ ਉੱਤੇ ਟਰਾਲੀਆਂ ਭਰ ਕੇ ਜਾਣੀਆਂ ਸਟਾਰਟ ਹੋ ਗਈਆਂ। ਪਰ ਅਸਲ ਦੇ ਵਿੱਚ ਜੇ ਪੰਜਾਬ ਦੇ ਪ੍ਰਤੀ ਇਹ ਸੁਹਿਰਦ ਹੁੰਦੇ ਤੇ ਪਹਿਲੋਂ ਜਿਹੜਾ ਆਪਣਾ ਮੋਟਿਵ ਸੀ, ਜਿਹੜਾ ਸਿੰਘੂ ਤੇ ਆਪਣਾ ਮੋਰਚਾ ਚੱਲ ਰਿਹਾ, ਕਹਿਣਾ ਤਾਂ ਇਹਨਾਂ ਦਾ ਇਹ ਚਾਹੀਦਾ ਸੀ ਕਿ ਪਾਰਟੀਆਂ ਸਾਡੀਆਂ ਬਾਅਦ ਵਿੱਚ, ਪਹਿਲੋਂ ਆਪਾਂ ਮੋਰਚਾ ਜਿੱਤੀਏ। ਜੇ ਪੰਜਾਬ ਦੇ ਪ੍ਰਤੀ ਥੋੜ੍ਹੀ ਜਿਹੀ ਵੀ ਸੁਹਿਰਦਾ ਇਹਨਾਂ ਦੇ ਵਿੱਚ ਸੁਹਿਰਦਤਾ ਹੁੰਦੀ ਤਾਂ ਇੱਥੋਂ ਵੱਲ ਲੋਕਾਂ ਨੂੰ ਕਹਿਣਾ ਚਾਹੀਦਾ ਸੀ ਆਪਣੀਆਂ ਜਿਹੜੀਆਂ ਸਿਆਸੀ ਪਾਰਟੀਆਂ ਹੋ ਰਹੀਆਂ, ਰੈਲੀਆਂ ਹੋ ਰਹੀਆਂ, ਉਹਨਾਂ ਵਾਸਤੇ ਲੋਕਾਂ ਨੂੰ ਨਾ ਸੱਦਦੇ।
ਬਿਲਕੁਲ ਜੀ, ਮੇਰਾ ਆਖਰੀ ਸਵਾਲ ਆ ਇੱਕ ਪਾਸੇ ਤੇ ਕਿਸਾਨੀ ਸੰਘਰਸ਼ ਪੀਕ ਤੇ ਆ, ਲਗਾਤਾਰ ਕਿਸਾਨੀ ਮੰਗਾਂ ਬਰਕਰਾਰ ਨੇ ਔਰ ਆਪਣੀ ਮੰਗ ਤੇ ਜਿਹੜੇ ਡਟੇ ਹੋਏ, ਮੈਂ ਕਹਾਂਗੀ ਕਿਸਾਨ ਡਟੇ ਹੋਏ ਨੇ। ਔਰ ਦੂਜੇ ਪਾਸੇ ਜਿਹੜੀ ਭਾਜਪਾ ਹੈ ਪੰਜਾਬ ਦੇ ਵਿੱਚ 2022 ਦੇ ਵਿੱਚ ਸਰਕਾਰ ਬਣਾਉਣ ਦੇ ਸੁਪਨੇ ਵੇਖ ਰਹੀ ਆ, ਸੁਪਨੇ ਕੀ ਦਾਅਵੇ ਕਰ ਰਹੀ ਆ ਕਿ 2022 ਚ ਭਾਜਪਾ ਦੀ ਜਿਹੜੀ ਸਰਕਾਰ ਆ ਉਹ ਪੰਜਾਬ 'ਚ ਬਣੇਗੀ। ਇਹ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹੋ ਦਾਵਾ ਉਹਨਾਂ ਨੇ ਬੰਗਾਲ ਦੇ ਵਿੱਚ ਵੀ ਕੀਤਾ ਸੀ ਤਾਂ ਰਿਜ਼ਲਟ ਵੇਖ ਲਿਆ। ਪੰਜਾਬ ਦੇ ਵਿੱਚ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਵੋਟਾਂ ਜਿੱਤਣੀਆਂ ਤਾਂ ਦੂਰ ਦੀ ਗੱਲ, ਕੋਈ ਵੀ ਉੱਥੇ ਰੈਲੀ ਕਰਕੇ ਬੀਜੇਪੀ ਦਾ ਮੰਤਰੀ ਵਿਖਾ ਦੇ, ਕੋਈ ਐਮਐਲਏ ਉਹਨਾਂ ਦਾ ਵਿਖਾ ਦੇ, ਕੋਈ ਉਹਨਾਂ ਦਾ ਪਾਰਟੀ ਪ੍ਰਧਾਨ ਵਿਖਾ ਦੇ, ਘਰਾਂ ਚੋਂ ਨਹੀਂ ਬਾਹਰ ਨਿਕਲਣ ਦਿੰਦੇ ਤੇ ਪਾਰਟੀ ਕਿੱਦਾਂ ਬਣ ਜੂਗੀ ਪੰਜਾਬ ਦੇ ਵਿੱਚ। ਪੰਜਾਬ ਵਾਲਿਆਂ ਨੂੰ ਭੁੱਲ ਥੋੜੀ ਹੈ ਕਿ ਬੀਜੇਪੀ ਦਾ ਕੀ ਰਵੱਈਆ ਕਿਸਾਨਾਂ ਦੇ ਪ੍ਰਤੀ। ਤੇ ਵੋਟਾਂ ਦੇ ਨੇੜੇ ਆ ਕੇ ਪੰਜਾਬੀ ਸਾਰਾ ਕੁਝ ਭੁੱਲ ਜਾਂਦੇ ਨੇ, ਵੋਟ ਦੇਣ ਵੇਲੇ ਨਹੀਂ ਸੋਚਦੇ ਕਿ ਅਸੀਂ ਕਿਹਨੂੰ ਵੋਟ ਦੇ ਰਹੇ ਹਾਂ। ਨਹੀਂ, ਜਿਹੜਾ ਹੁਣ ਕੰਮ ਕੀਤਾ ਭਾਜਪਾ ਨੇ ਪੰਜਾਬ ਦੇ ਵਿਰੁੱਧ, ਇਹ ਨਾ ਭੁੱਲਣ ਯੋਗ ਆ। ਇਹ ਤਾਂ 84 ਨਹੀਂ ਭੁੱਲੇ ਤਾਂ 6-7 ਮਹੀਨੇ ਤੋਂ ਪਹਿਲੋਂ ਵਾਲਾ ਮੰਜ਼ਰ ਕਿੱਦਾਂ ਭੁੱਲ ਜਾਣਗੇ। ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਬੀਜੇਪੀ ਦਾ ਕੋਈ ਵੀ ਵਰਕਰ ਕਿਸੇ ਦੇ ਘਰ ਵਿੱਚ ਜਾ ਕੇ ਵੋਟ ਮੰਗ ਜੇ। ਉਹਨਾਂ ਨੂੰ ਇਸ ਚੀਜ਼ ਦਾ ਆਪਣੇ ਆਪ ਵੀ ਪਤਾ ਵਾ, ਉਹ ਇਦਾਂ ਦੀ ਗਲਤੀ ਕਰ ਹੀ ਨਹੀਂ ਸਕਦੇ। ਅਮਲੋਟ ਵਾਲਿਆਂ ਨੇ ਵੀ ਦੇਤੀ ਸੀ, ਡੈਮੋ ਦੇਤੀ ਸੀ। ਸ਼ੁਕਰੀਆ ਗੋਲਡੀ ਸਾਡੇ ਨਾਲ ਜੁੜਨ ਲਈ। ਇਹ ਸਨ ਸਾਡੇ ਨਾਲ ਗੋਲਡੀ ਮਾਨੀਪੁਰੀਆ ਜੋ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਕਿਸਾਨ ਏਕਤਾ ਮੋਰਚਾ ਦੇ ਪੇਜ ਦੇ ਉੱਤੋਂ ਸੰਦੇਸ਼ ਵੀ ਜਾਰੀ ਕਰਦੇ ਰਹਿੰਦੇ ਨੇ। ਇੱਕ ਨਵੀਂ ਜਥੇਬੰਦੀ ਨੌਜਵਾਨ ਮਜ਼ਦੂਰ ਕਿਸਾਨ ਯੂਨੀਅਨ ਜਿਹੜੀ ਆ ਉਹ ਵੀ ਉਲੀਕੀ ਗਈ ਆ, ਉਸ ਦੇ ਬਾਰੇ ਵੀ ਗੱਲਬਾਤ ਕੀਤੀ ਗਈ ਆ। ਔਰ 7 ਮਹੀਨੇ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਦੇ ਵੱਖ-ਵੱਖ ਪਹਿਲੂਆਂ ਦੇ ਬਾਰੇ ਗੋਲਡੀ ਦੇ ਨਾਲ ਅਸੀਂ ਗੱਲਬਾਤ ਕੀਤੀ ਆ। ਔਰ ਇਹ ਦਾਅਵਾ ਹੈ ਕਿ ਜਿਹੜੀ ਮੰਗ ਆ ਉਹ ਬਰਕਰਾਰ ਆ ਔਰ ਡਟੇ ਹਾਂ ਤੇ ਡਟੇ ਰਹਾਂਗੇ ਜਦੋਂ ਤੱਕ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ। ਫਿਰ ਹਾਜ਼ਰ ਹੋਵਾਂਗੇ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।